ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਪਹਿਲੀ ਕਹਾਣੀ। ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸੀ। ਇੱਕ ਵਾਰ ਸਾਉਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ। ਪਾਪਾ ਜੀ ਕਿੰਨੇ ਦਿਨ ਨੌਕਰੀ 'ਤੇ ਨਾ ਜਾ ਸਕੇ ਤੇ ਇੱਕ ਦਿਨ ਉਹਨਾਂ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ। ਆਖਰੇ ਸਨ ਇਸ ਵਾਰ ਤੇ ਮੀਂਹ ਜਾਨ ਕੱਢ ਕੇ ਹੀ ਸਾਹ ਲਏਗਾ। ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ, ਕਣਕ ਵਾਲਾ ਭੜੋਲਾ ਵੀ ਪਾਣੀ 'ਚ ਡੁੱਬਣ ਹੀ ਵਾਲਾ, ਭੁੱਖਿਆਂ ਵੀ ਪੱਕਾ ਮਾਰੂ। ਤੇ ਮੈਨੂੰ ਕਿੰਨੇ ਦਿਨ ਨੀਂਦ ਨਾ ਪਈ। ਭੁੱਖ ਨਾ ਲੱਗਿਆ ਕਰੇ, ਬਾਹਰ ਲਿਸ਼ਕਦੇ ਹੋਏ ਬੱਦਲ ਵੇਖਦਾ ਤਾਂ ਮੌਤ ਨਜ਼ਰ ਆਉਂਦੀ। ਹਰ ਵੇਲੇ ਇੰਜ ਲੱਗਿਆ ਕਰਦਾ ਕਿ ਹੁਣ ਅਸੀਂ ਸਾਰਿਆਂ ਛੇਤੀ ਮਰ ਜਾਣਾ ਬਸ। ਇੱਕ ਦਿਨ ਇੱਦਾਂ ਹੀ ਡੁਸਕਦੇ ਹੋਏ ਨੂੰ ਦਾਦਾ ਜੀ ਨੇ ਵੇਖ ਲਿਆ। ਸੈਨ ਮਾਰ ਲਈ, ਪੁੱਛਣ ਲੱਗੇ ਕੀ ਗੱਲ ਹੈ ਪੁੱਤਰਾ, ਰੋਈ ਕਾਹਨੂੰ ਜਾਣਾ? ਉਦਾਸ ਜਿਹਾ ਵੀ ਦਿਸਦਾ ਹੈ ਕੁਝ ਦਿਨਾਂ ਤੋਂ, ਕੋਈ ਗੱਲ ਏ ਤਾਂ ਖੁੱਲ੍ਹ ਕੇ ਦੱਸ। ਨਾਲ ਹੀ ਉਹਨਾਂ ਮੈਨੂੰ ਧੂ ਕੇ ਆਪਣੀ ਬੁੱਕਲ 'ਚ ਲੁਕੋ ਲਿਆ। ਮੈਂ ਕਿੰਨੇ ਚਿਰ ਦਾ ਡੱਕਿਆ ਸੀ, ਉਸੇ ਵੇਲੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਆਖਿਆ ਦਾਦਾ ਜੀ ਤੁਹਾਨੂੰ ਪਤਾ ਹੈ ਹੁਣ ਅਸੀਂ ਸਾਰਿਆਂ ਮਰ ਜਾਣਾ ਹੈ, ਇਹ ਮੀਂਹ ਸਾਨੂੰ ਸਾਰਿਆਂ ਨੂੰ ਮਾਰ ਕੇ ਹੀ ਸਾਹ ਲਏਗਾ। ਮੇਰੀ ਇੰਨੀ ਗੱਲ ਸੁਣ ਕੇ ਉੱਚੀ ਉੱਚੀ ਹੱਸ ਪਏ। ਮੈਨੂੰ ਕੁੱਛੜ ਚੁੱਕ ਨੁੱਕਰੇ ਪਰ ਛੱਤੀ 'ਤੇ ਪਏ ਨਿਤਨੇਮ ਵਾਲੇ ਗੁਟਕੇ ਕੋਲ ਲੈ ਆਏ। ਆਖਣ ਲੱਗੇ ਪੁੱਤਰਾ, ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਇਸੇ ਵਿੱਚ ਹੀ ਹੈ। ਨਾਲੇ ਇੱਕ ਗੱਲ ਹਮੇਸ਼ਾ ਯਾਦ ਰੱਖੀ, ਉਸ ਅਕਾਲ ਪੁਰਖ ਨੇ ਦੁਨੀਆ ਦੀ ਕੋਈ ਵੀ ਸਮੱਸਿਆ ਐਸੀ ਨਹੀਂ ਸਿਰਜੀ ਜਿਹਦਾ ਉਹਨੇ ਹੱਲ ਨਾ ਬਣਾਇਆ ਹੋਵੇ। ਉਹ ਹਰ ਸਮੱਸਿਆ ਦਾ ਹੱਲ ਵੀ ਨਾਲੋਂ ਨਾਲ ਸਿਰਜ ਕਿਧਰੇ ਲੁਕਾ ਦਿਆ ਕਰਦਾ ਹੈ ਤੇ ਇਸ ਗੁਟਕੇ ਸਾਹਿਬ ਅੰਦਰ ਲਿਖਿਆ ਸਭ ਕੁਝ ਹੀ ਬਸ ਉਸ ਲੁਕਾਈ ਹੋਈ ਚੀਜ਼ ਨੂੰ ਲੱਭਣ 'ਚ ਮਦਦ ਕਰਦਾ ਹੈ। ਅੱਜ ਇੰਨੇ ਵਰ੍ਹਿਆਂ ਬਾਅਦ ਭਾਵੇਂ ਪਾਪਾ ਜੀ ਤੇ ਦਾਦਾ ਜੀ ਇਸ ਜਹਾਨ 'ਚ ਨਹੀਂ ਨੇ, ਪਰ ਫਿਰ ਵੀ ਜਦੋਂ ਕੋਈ ਭਾਰੀ ਮੁਸ਼ਕਿਲ ਆ ਪਵੇ ਤਾਂ ਉਹਨਾਂ ਦੇ ਆਖੇ ਬੋਲ ਕੰਨਾਂ 'ਚ ਗੂੰਜਣ ਲੱਗਦੇ ਨੇ ਤੇ ਮੈਂ ਆਪ ਮੁਹਾਰੇ ਉਸੇ ਪਰਛੱਤੀ 'ਤੇ ਪਏ ਨਿਤਨੇਮ ਵਾਲੇ ਗੁਟਕੇ ਕੋਲ ਆ ਖਲੋਂਦਾ, ਫਿਰ ਅੱਖਾਂ ਮੀਟ ਅਰਦਾਸ ਕਰਦਾ। ਘੜੀਆਂ ਪਲਾਂ 'ਚ ਹੀ ਉਹ ਮੁਸ਼ਕਿਲ ਦਾ ਹੱਲ ਨਿਕਲਿਆ ਪਿਆ ਹੁੰਦਾ ਹੈ। ਸੋ ਦੋਸਤੋ, ਇੱਕ ਦਾਨਸ਼ਵਰ ਨੇ ਆਖਿਆ ਹੈ ਕਿ ਦੁਨੀਆ ਦੀ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਇਨਸਾਨੀ ਮੱਥੇ ਦੇ ਆਕਾਰ ਨਾਲੋਂ ਵੱਡੀ ਨਹੀਂ ਹੋ ਸਕਦੀ। ਸਿਆਣੇ ਅਕਸਰ ਆਖਿਆ ਕਰਦੇ ਸਨ ਕਿ ਜ਼ਿੰਦਗੀ ਦੇ ਜਿਨ੍ਹਾਂ ਹਾਲਾਤਾਂ ਨੂੰ ਕੋਈ ਬਦਲ ਹੀ ਨਹੀਂ ਸਕਦਾ, ਉਹਨਾਂ ਦਾ ਹਰ ਵੇਲੇ ਫਿਰ ਜ਼ਿਕਰ ਕਿਉਂ ਤੇ ਜਿਸ ਮੁਸ਼ਕਿਲ ਦਾ ਉੱਪਰ ਵਾਲੇ ਨੇ ਚੰਗਾ ਭਲਾ ਹੱਲ ਬਣਾਇਆ ਹੈ ਉਸ ਬਾਰੇ ਸੋਚ ਫਿਰ ਫਿਕਰ ਕਿਉਂ। ਅਗਲੀ ਕਹਾਣੀ। ਅਣਗਿਣਤ ਸੁਨੇਹੇ ਆਏ, ਕਹਾਣੀ ਕਿਉਂ ਨਹੀਂ ਲਿਖਦਾ। ਪਿਆਰ, ਮੁਹੱਬਤ, ਪਰਿਵਾਰਕ, ਵਿਆਹ ਮੰਗਣੇ ਵਾਲੀ, ਇਹ ਸਭ ਕੁਝ ਸੁਣ ਅੱਕ ਗਏ। ਬਸ ਮੂਸੇਵਾਲਾ ਏ ਤੇ ਜਾਂ ਫਿਰ 84, ਪਤਾ ਨਹੀਂ ਕਦੋਂ ਮੁੱਕੂ। ਆਏ ਸਾਲ ਪੈਂਦੀ ਏ ਕਾਵਾਂ ਰੌਲੀ। ਅੱਗੋਂ ਆਖਿਆ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਏ। ਰੱਤ ਸਿਆਹੀ ਨਾਲ ਲਿਖੀ, ਸਦੀਵੀ ਜਿਉਂਦੀ ਰਹਿਣ ਵਾਲੀ, ਕਿੰਨਿਆਂ ਦੀ ਹੱਡ ਬੀਤੀ ਸਾਹਮਣੇ ਵਾਪਰੀ, ਰੂਹ ਮਾਸ ਤੇ ਹੰਢਾਈ। ਤਾਂ ਕੀ ਹੋਇਆ ਜੇ ਉਸ ਵੇਲੇ ਅੰਦਰ ਨਹੀਂ ਸਾਂ ਤੇ ਪਰ 30 ਕਿਲੋਮੀਟਰ ਦੂਰ ਕੋਠੇ 'ਤੇ ਸੁੱਤਿਆਂ ਵੀ ਆਵਾਜ਼ ਤੇ ਪੂਰੀ ਆਉਂਦੀ ਸੀ। ਜਿੰਨਾ ਉੱਚੀ ਖੜਾਕ ਓਨੀ ਉੱਚੀ ਕਲਪਨਾ। ਪਤਾ ਨਹੀਂ ਕਿਹੜਾ ਕਿੱਥੇ ਕੀ ਕਰ ਰਿਹਾ ਹੋਏਗਾ। ਭਾਈ ਮਨੀ ਸਿੰਘ ਬੰਦ ਕੱਟਣ ਦਾ ਹੁਕਮ। ਜਲਾਦ ਬੱਠਲ 'ਤੇ ਗੁੱਟ ਰੱਖ ਦਾਤਰ ਚਲਾਉਣ ਲੱਗਾ। ਭਾਈ ਸਾਹਿਬ ਨੇ ਉਂਗਲ ਦਾ ਪੋਟਾ ਅੱਗੇ ਕਰਤਾ। ਆਖੇ ਸਿੱਖ ਦਾ ਬੰਦ ਇੱਥੋਂ ਸ਼ੁਰੂ ਹੁੰਦਾ ਨਾ ਕਿ ਗੁੱਟ ਤੋਂ। ਗੁੱਟ ਤੋਂ ਚੇਤੇ ਆ ਗਈ ਇੱਕ ਹੋਰ ਕਹਾਣੀ, ਸ੍ਰੀ ਤਖਤ ਸਾਹਿਬ ਦੀ ਦੱਖਣੀ ਬਾਹੀ। ਭਾਈ ਕਰਤਾਰ ਸਿੰਘ ਭੱਠਲ ਤੇ ਸਾਬਕ ਫੌਜੀ ਬਾਪ। 6 ਜੂਨ ਸਵੇਰੇ ਟੈਂਕ ਦੇ ਗੋਲਿਆਂ ਮੀਂਹ ਵਰਾ ਦਿੱਤਾ। ਸਭ ਕੁਝ ਹਿੱਲ ਗਿਆ। ਸਭ ਕੁਝ ਸਿਰਾਂ 'ਤੇ ਰੱਖ ਉੱਥੋਂ ਨਿਕਲ ਤੁਰੇ। ਇੱਕ ਅਣਜਾਣ ਉੱਚੇ ਚੁਬਾਰੇ ਮੋਰਚਾ ਬਣਾ ਲਿਆ। ਬਾਪ ਆਖਣ ਲੱਗਾ, ਤੁਸੀਂ ਨਿਕਲ ਜਾਓ, ਮੈਂ ਇਕੱਲਾ ਇੱਥੇ ਰਹਿੰਦਾ। ਨਾਲ ਹੀ ਗੁੱਟ ਤੋਂ ਆਪਣੀ ਘੜੀ ਲਾ ਫੜਾ ਦਿੱਤੀ, ਸ਼ਾਇਦ ਨਿਸ਼ਾਨੀ ਵਜੋਂ। ਅਣਜਾਣ ਗਲੀਆਂ 'ਚ ਦੀ ਤੁਰੇ ਜਾਂਦੇ ਅੱਗਿਓਂ ਕਾਬੂ ਕਰ ਲਏ। ਫਿਰ ਭੁੱਖ, ਨੀਂਦਰਾ, ਤਸ਼ੱਦਦ, ਬੇਇੱਜ਼ਤੀ ਤੇ 9 ਮਾਸ ਦੇ ਰਿਸ਼ਤੇ ਵੱਲੋਂ ਪਾਏ ਖੁਸ਼ੀ ਦੇ ਭੰਗੜੇ, ਕੜਾਹ, ਪੂੜੀਆਂ, ਭੱਦੇ ਇਸ਼ਾਰੇ ਤੇ ਹੋਰ ਵੀ ਕਿੰਨਾ ਕੁਝ ਜ਼ਮੀਰ 'ਤੇ ਝੱਲਿਆ। ਉਸ ਚੁਬਾਰੇ ਵਾਲੇ ਪਾਸਿਓਂ ਹੀ ਆਏ ਇੱਕ ਹੋਰ ਸਿੰਘ ਤੋਂ ਪੁੱਛਿਆ। ਆਖਣ ਲੱਗਾ, ਸਭ ਕੁਝ ਰੜਾ ਮੈਦਾਨ ਕਰ ਦਿੱਤਾ ਗਿਆ। ਉਹ ਉੱਚਾ ਚੁਬਾਰਾ ਵੀ। ਫਿਰ ਅੱਗਿਓਂ ਬਾਪ ਬਾਰੇ ਪੁੱਛਣ ਦੀ ਹਿੰਮਤ ਹੀ ਨਾ ਪਈ। ਇੰਨੇ ਨੂੰ ਇੱਕ ਫੌਜੀ ਦੀ ਘੜੀ 'ਤੇ ਨਜ਼ਰ ਪੈ ਗਈ। ਆਖਣ ਲੱਗਾ, ਲਾ ਦੇ। ਅੱਗਿਓਂ ਆਖਿਆ, ਮੇਰੇ ਬਾਪ ਦੀ ਨਿਸ਼ਾਨੀ ਏ, ਨਹੀਂ ਦੇ ਸਕਦਾ, ਭਾਵੇਂ ਗੋਲੀ ਮਾਰ ਦੇ। ਆਪਣਿਆਂ ਦੀ ਆਖਰੀ ਨਿਸ਼ਾਨੀ ਥੋੜ੍ਹੀ ਕੀਤਿਆਂ ਕਿੱਥੇ ਦਿੱਤੀ ਜਾਂਦੀ। ਪਰ ਵਾਰੇ ਜਾਈਏ ਪੰਥ ਰਤਨਾਂ ਦੇ। ਸਭ ਕੁਝ ਮਲੀਆ ਮੇਟ ਕਰਵਾ ਮੁੱਲ ਵੀ ਵੱਟ ਲਿਆ
ਤੇ ਮਗਰੋਂ ਕੋਈ ਨਿਸ਼ਾਨੀ ਵੀ ਨਹੀਂ ਰਹਿਣ ਦਿੱਤੀ। ਅਖੇ ਕੌਮ ਦੇ ਜਜ਼ਬਾਤ ਤੇ ਭਾਵਨਾਵਾਂ ਬੇਵਜ੍ਹਾ ਹੀ ਭਟਕਦੀਆਂ ਨੇ। ਭਾਈ ਪਰਮਾਤਮਾ ਸਿੰਘ ਲੌਂਗੋਵਾਲ ਦਾ ਗਨਮੈਨ ਤੇ ਡਰਾਈਵਰ ਹੱਥ ਖੜੇ ਕਰਕੇ ਸੌਖਿਆ ਨਿਕਲ ਸਕਦਾ ਸੀ, ਪਰ ਮਨ ਨੇ ਝੰਜੋੜਿਆ। ਨਾਨਕ ਨਿਵਾਸ ਮੋਰਚੇ ਵਿੱਚ ਲੜਦਾ ਹੋਇਆ ਸ਼ਹੀਦੀ ਪਾ ਗਿਆ। ਸ਼ਾਇਦ ਸਮਝ ਪੈ ਗਈ ਸੀ ਕਿ ਜੇ ਅੱਜ ਬਚ ਵੀ ਗਿਆ ਤਾਂ ਵੀ ਰਹਿੰਦੀ ਸਾਰੀ ਜ਼ਿੰਦਗੀ ਜ਼ਮੀਰ ਨੇ ਮੁੱਕ ਗਿਆ, ਮਗਰੋਂ ਇਤਿਹਾਸ ਨੇ ਨਿੱਤ ਦਿਹਾੜੇ ਜਿੱਲਤ ਭਰੀ ਮੌਤ ਮਾਰਿਆ ਕਰਨਾ ਹੈ। ਪੰਜਾਬ ਪੁਲਿਸ ਦੇ DSP ਅਪਾਰ ਸਿੰਘ ਬਾਜਵਾ ਬਾਲਟੀ ਨਾਲ ਖੁਦ ਕਿੰਨਿਆਂ ਦੀ ਤ੍ਰੇਹ ਬੁਝਾਈ। ਮੌਤ ਦੇ ਪਰਛਾਵੇਂ ਹੇਠ 2 ਵਾਰ ਮਿਲਿਆ। ਜਦੋਂ ਵੀ ਪੁੱਛਿਆ ਅੱਗੋਂ ਹੱਸ ਕੇ ਟਾਲ ਦਿੱਤਾ। ਵਰਤਮਾਨ ਦੇ ਦੀਵਾਨ ਟੋਡਰਮਲ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ 6 ਜੂਨ ਪਰਕਰਮਾ ਦੀ ਦੱਖਣੀ ਬਾਹੀ ਤੇ ਦੂਜੀ ਮੰਜ਼ਿਲ ਬਾਹਰ ਨੂੰ ਤੁਰਨ ਲੱਗੇ ਤਾਂ ਕਮਰੇ ਦੇ ਬਾਹਰ ਬੈਠੇ 2 ਸਿੰਘ ਪੁੱਛਿਆ, ਤੁਸੀਂ ਨਹੀਂ ਜਾਣਾ? ਆਖਣ ਲੱਗੇ, ਥੋੜੇ ਜਿਹੇ ਛੋਲੇ ਗੁੜ ਦੀ ਪੇਸੀ ਤੇ ਪਾਣੀ ਰੱਖ ਜਾਓ, ਅਸੀਂ ਇੱਥੇ ਹੀ ਰਹਿਣਾ। ਅਕਸਰ ਆਖਦੇ ਦੋਹਾਂ ਦੇ ਨਾਮ ਨਾ ਪੁੱਛ ਸਕਿਆ। ਬਸ ਇਹੀ ਝੋਰਾ ਰਹੂ, ਜ਼ਿੰਦਗੀ ਨੂੰ ਵੀ ਗਿਲਾ ਰਿਹਾ ਹੋਊ। ਇੰਨੀ ਤੁੱਛ ਜਿਹੀ ਕੀਮਤ ਪਾਈ ਮੇਰੀ, ਗੁੜ ਛੋਲੇ ਤੇ ਪਾਣੀ ਦੇ ਕੁਝ ਘੁੱਟ। ਚੜ੍ਹਦੀ ਉਮਰੇ ਵੀ ਮੌਤ ਦਾ ਕੋਈ ਡਰ ਭੈ ਨਹੀਂ। ਉਹੀ ਮੌਤ ਜਿਹਦਾ ਜ਼ਿਕਰ ਆਉਂਦਿਆਂ ਸਰੀਰਕ ਪੀੜ ਨਾਲੋਂ ਇੰਨੀ ਗੱਲ ਜ਼ਿਆਦਾ ਸਤਾਉਂਦੀ ਏ ਕਿ ਸਾਰੇ ਰੰਗ ਤਮਾਸ਼ੇ ਛੱਡ ਪਤਾ ਨਹੀਂ ਅੱਗਿਓਂ ਕਿਹੜੀ ਦੁਨੀਆ ਨਸੀਬ ਹੋਣੀ। ਆਪਣਿਆਂ ਨਾਲ ਮੁੜ ਕਦੀ ਮਿਲ ਵੀ ਸਕਣਾ ਕਿ ਨਹੀਂ। ਪਰ 12-12 ਘੰਟੇ ਬਾਣੀ ਪੜ੍ਹਦੀਆਂ ਰੂਹਾਂ ਮੌਤ ਇੰਝ ਉਡੀਕਦੀਆਂ ਜਿੱਦਾਂ ਲੰਮੇ ਪੈਂਡੇ ਦਾ ਰਾਹੀ ਕੋਈ ਸਵਾਰੀ। 6 ਜੂਨ ਸਵੇਰੇ ਪਹਿਲੋਂ 7 ਵਜੇ ਸ਼ਹੀਦੀ, ਫਿਰ ਮੌਤ ਦੇ ਫਰਿਸ਼ਤੇ ਨੂੰ ਦੁਤਕਾਰ ਦਿੱਤਾ। ਅਜੇ ਨਹੀਂ, 9 ਵਜੇ ਆਈ। ਜਨਰਲ ਸੁਬੇਗ ਸਿੰਘ, ਇੰਦਰਾ ਦਾ ਹੁਕਮ ਜੈ ਪ੍ਰਕਾਸ਼ ਨਾਰਾਇਣ ਗ੍ਰਿਫਤਾਰ ਕਰੋ। ਗੁਰੂ ਪਿਆਰੇ ਨਾ ਕਰ ਦਿੱਤੀ। ਫੌਜ ਰਾਜਸੀ ਕਿਹੜਾ ਕੱਢਣ ਲਈ ਨਹੀਂ ਹੁੰਦੀ। ਅੱਗਿਓਂ ਗੁੱਸਾ ਕਰ ਗਈ। ਕਰਪਸ਼ਨ ਦਾ ਦੋਸ਼ ਫਿਰ ਸਸਪੈਂਡ ਕਰ ਦਿੱਤਾ। ਉਸ ਬਾਰੇ ਮਸ਼ਹੂਰ ਸੀ, ਮਾਰਨ ਤੋਂ ਪਹਿਲੋਂ ਚੰਗੀ ਤਰ੍ਹਾਂ ਭੰਡਦੀ ਤੇ ਬੇਇੱਜ਼ਤ ਕਰਦੀ। ਫਿਰ ਰਿਟਾਇਰਮੈਂਟ ਤੋਂ ਐਨ 1 ਦਿਨ ਪਹਿਲਾਂ ਬਿਨਾਂ ਮੁਕੱਦਮਾ ਚਲਾਏ ਡਿਸਮਿਸ ਕਰ ਦਿੱਤਾ। ਜ਼ਮੀਰ ਲੀਰੋ ਲੀਰ ਹੋ ਗਈ। ਫਿਰ ਉਸ ਨਾਲ ਮੇਲੇ ਹੋਏ ਜਿਹੜਾ ਸਰੀਰ ਦੇ ਮਰਨ ਨੂੰ ਮੌਤ ਹੀ ਨਹੀਂ ਸੀ ਮੰਨਦਾ। 3 ਜੂਨ ਨੂੰ ਮੋਰਚਿਆਂ ਦੀ ਆਖਰੀ ਟੋਹ ਲੈਣ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਕੋਲ ਹੀ ਭੁੰਜੇ ਬੈਠੇ ਨਿੱਕੀ ਉਮਰ ਦੇ ਇੱਕ ਪੁਚੰਗੀ ਨੇ ਫਤਿਹ ਬੁਲਾ ਦਿੱਤੀ। ਅਦਾ ਮਨ ਨੂੰ ਮੋਹ ਗਈ, ਖਲੋ ਗਿਆ। ਬੋਝੇ 'ਚੋਂ ਕੁਝ ਕੱਢਿਆ ਤੇ ਆਖਿਆ, ਪੁਚੰਗਿਆ, ਹਾਲਾਤ ਠੀਕ ਹੁੰਦੇ ਤਾਂ ਤੈਨੂੰ ਕੁਝ ਹੋਰ ਦਿੰਦਾ, ਪਰ ਇਸ ਮੌਕੇ ਸਾਧ ਕੋਲ ਤੇਰੇ ਜੋਗੀ ਛੋਲਿਆਂ ਦੀ ਇੱਕ ਲੱਪ ਤੋਂ ਸਿਵਾਏ ਹੋਰ ਕੁਝ ਨਹੀਂ। ਖੁਦ ਦਰਬਾਰ ਸਾਹਿਬ ਜੂਨ ਦੇ ਆਖਰੀ ਹਫ਼ਤੇ ਵੇਖਿਆ ਸੀ। ਦਾਦੇ ਜੀ ਹੋਰਾਂ ਨਾਲ BSF ਅਫਸਰ ਰਿਸ਼ਤੇਦਾਰ ਦੀ ਸਿਫਾਰਿਸ਼ ਮਗਰੋਂ ਪੈਪਸੂ ਰੋਡਵੇਜ਼ ਦੀ ਘੋੜੇ ਵਾਲੀ ਬੱਸ ਬਟਾਲੇ ਤੋਂ ਨਿਕਲਦਿਆਂ ਜੈਂਤੀਪੁਰ ਤੋਂ ਪਹਿਲੋਂ ਘਸੀਟਪੁਰ ਕੋਲ ਨਾਕੇ ਤੇ ਰੋਕ ਲਿਆ। ਤਲਾਸ਼ੀ ਮਗਰੋਂ ਪੁੱਛਣ ਲੱਗੇ, ਕਿੱਧਰ ਚੱਲੇ ਹੋ? ਅੱਗੋਂ ਆਖ ਦਿੱਤਾ, ਦਰਬਾਰ ਸਾਹਿਬ ਜਿਹੜਾ ਤੁਸਾਂ ਢਾਹ ਦਿੱਤਾ ਹੈ। ਝੂਠ ਵੀ ਮਾਰ ਸਕਦੇ ਸੀ, ਪਰ ਸਿੱਧਾ ਸਪਸ਼ਟ ਜਵਾਬ ਦੇ ਦਿੱਤਾ। ਸਾਨੂੰ ਦੋਹਾਂ ਨੂੰ ਬਾਕੀਆਂ ਤੋਂ ਅੱਡ ਕਰ ਬਾਕੀ ਦੀ ਬੱਸ ਤੋਰ ਦਿੱਤੀ। ਕਿੰਨੇ ਘੰਟੇ ਉੱਥੇ ਬਿਠਾਈ ਰੱਖਿਆ। ਹਰੀ ਵਰਦੀ ਦਾ ਨਜ਼ਰੀਆ, ਬੋਲ ਚਾਲ, ਨਫ਼ਰਤ, ਘਿਰਨਾ, ਗੁੱਸਾ, ਸਭ ਕੁਝ ਖੁਦ ਅੱਖੀਂ ਵੇਖਿਆ। ਉਨੀ ਦਿਨੀ ਇੱਕ ਜੰਗ ਅੰਦਰ ਲੜੀ ਗਈ ਸੀ। ਹੋਰ ਕਿੰਨੀਆਂ ਹਰ ਰੋਜ਼ ਬਾਹਰ ਵੀ ਲੜੀਆਂ ਜਾ ਰਹੀਆਂ ਸਨ। ਕੋਈ ਆਖ ਦਿੰਦਾ ਨਗਨ ਜਵਾਨ ਔਰਤਾਂ ਮਿਲੀਆਂ, ਟੈਲੀਵਿਜ਼ਨ, ਕਰੀਮਾਂ, ਐਸ਼ੋ ਇਸ਼ਰਤ ਦਾ ਸਮਾਨ। ਇਨਫੋਰਮੇਸ਼ਨ ਸੈਂਟਰ ਅੱਗੇ ਬਿਠਾਏ ਸਿੰਘ ਦੱਸਣ ਲੱਗੇ, 6 ਜੂਨ ਸ਼ਾਮੀ ਬਾਹਰੋਂ ਹਥਿਆਰਾਂ ਦੇ ਭਰੇ ਟਰੱਕ ਆਏ। ਕਿੰਨੀਆਂ ਬੰਦੂਕਾਂ, ਅਸਲਾ ਤੇ ਹੋਰ ਵੀ ਕਿੰਨਾ ਕੁਝ ਅੰਦਰ ਲੈ ਗਏ। ਹੈਰਾਨ ਸਾਂ, ਹੁਣ ਤਾਂ ਗੋਲੀ ਚੱਲਣੀ ਹਟ ਗਈ, ਫਿਰ ਵੀ ਇਹ ਸਭ ਕੁਝ ਅੰਦਰ ਕਿਉਂ? ਪ੍ਰੈਸ ਦੁਨੀਆ ਨੂੰ ਜੋ ਵਿਖਾਉਣਾ ਸੀ ਕਿ ਅੰਦਰ ਇੰਨਾ ਕੁਝ ਸੀ। ਕੁੱਪਰ ਹੀੜੇ ਘੱਲੂਕਾਰਾ 25,000 ਤੋਂ ਵੱਧ ਸ਼ਹੀਦੀਆਂ। ਬਾਕੀ ਬਚਿਆ ਅਰਦਾਸ ਕੀਤੀ। 4 ਪਹਿਰ ਦਿਨ ਸੁੱਖ ਦਾ ਬਤੀਤ ਹੋਇਆ। 4 ਪਹਿਰ ਰਹਿਣ ਆਈ, ਸੁੱਖ ਦੀ ਬਤੀਤ ਕਰਨੀ। ਭਵਿੱਖ ਦੀਆਂ ਪੀੜ੍ਹੀਆਂ ਲਈ ਚੜ੍ਹਦੀ ਕਲਾ ਪਰਿਭਾਸ਼ਿਤ ਕਰ ਗਏ। ਇਸ ਗਹਿ ਗੱਚ ਮਗਰੋਂ ਜ਼ਖਮੀ ਹੋਏ ਪਟਿਆਲੇ ਵੱਲ ਨੂੰ ਨਿਕਲ ਗਏ। ਮਰਮ ਪੱਟੀ ਲਈ ਅੱਗਿਓਂ ਰਾਜੇ ਆਲਾ ਸਿੰਘ ਨੇ ਨਾ ਕਰਤੀ। ਅਬਦਾਲੀ ਨਾਲ ਦੁਸ਼ਮਣੀ ਵਾਰਾ ਨਹੀਂ ਖਾਂਦੀ। ਜ਼ਿੰਦਗੀ ਜਿਉਣ ਦੇ 2 ਤਰੀਕੇ ਨੇ। ਪਹਿਲਾ ਅਸੂਲ ਸਿਧਾਂਤਾਂ ਨੂੰ ਇੱਕ ਛਿੱਕੇ ਟੰਗ ਕਾਬਜ਼ ਧਿਰਦੀ ਹਾਂ ਮਿਲਾ। ਜਾਗੀਰਾਂ, ਜਾਇਦਾਦਾਂ, ਪੈਟਰੋਲ ਪੰਪ, ਜਿਪਸੀਆਂ, ਗਨਮੈਨ, ਹਵਾਈ ਸਫ਼ਰ,
ਪਦਵੀਆਂ, ਅਹੁਦੇ, ਚੇਅਰਮੈਨੀਆਂ ਤੇ ਹੋਰ ਵੀ ਕਿੰਨਾ ਕੁਝ ਮਾਣਦੇ ਹੋਏ ਖੁਸ਼ੀ-ਖੁਸ਼ੀ ਹੱਸਦਿਆਂ ਡੰਗ ਟਪਾ ਲਏ ਜਾਣ, ਤੇ ਦੂਜਾ ਉਲਟੇ ਪਾਣੀ ਤੁਰਦੇ ਹੋਏ ਨਾਇਨਸਾਫੀ ਦੇ ਬੇਲਗਾਮ ਘੋੜੇ ਦੀਆਂ ਵਾਗਾਂ ਫੜ ਹੱਡ ਗੋਡੇ ਤੁੜਵਾ ਕੇ ਮੋਤੀ ਰਾਮ ਮਹਿਰੇ ਵਾਂਗ ਸਾਰਾ ਟੱਬਰ ਕੋਹਲੂ 'ਚ ਪੜਵਾ ਲਿਆ ਜਾਏ। ਮੌਤ ਤੇ ਬੇਸ਼ੱਕ ਦੋਵੇਂ ਤਰੀਕਿਆਂ ਵਿੱਚ ਹੀ ਨਿਸ਼ਚਿਤ ਏ, ਪਰ ਅਕਸਰ ਵੇਖਿਆ ਗਿਆ ਹੈ ਕਿ ਦੂਜਾ ਰਾਹ ਅਪਣਾਉਣ ਵਾਲੇ ਕੋਲ ਕੌਮ ਨੂੰ ਛੋਲਿਆਂ ਦੀ ਇੱਕ ਮੁੱਠ ਦੇਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੁੰਦਾ। ਕਿਸੇ ਖੂਬ ਆਖਿਆ ਹੈ, ਮੁੱਠ ਕੁ ਛੋਲੇ ਚੱਬ ਕੇ ਉੜਦੇ ਫਿਰਨ ਸਰੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਕਾਸ਼ ਕੌਮੀ ਭਾਵਨਾ ਨਾਲ ਲਬਰੇਜ਼ ਚੜ੍ਹਦੀ ਕਲਾ ਦੇ ਉਹ ਤੀਰ ਆਪਣੇ ਮਿੱਥੇ ਨਿਸ਼ਾਨਿਆਂ 'ਤੇ ਵੱਜਦੇ ਰਹਿਣ ਤੇ ਕੌਮ ਟੀਸੀ ਦੇ ਕੌੜੇ ਬੇਰਾਂ ਨੂੰ ਹਮੇਸ਼ਾ ਹੀ ਫੁੰਡਦੀ ਰਹੇ। ਪਰ ਅਜੋਕੀ ਅਸਲੀਅਤ ਇਹ ਹੈ ਕਿ ਆਪਣੇ ਘਰਾਂ 'ਚ ਸੇਫ ਹਾਂ ਅਸੀਂ ਵੱਡੇ ਦੁਨੀਆਦਾਰ, ਪਰ ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁੱਧਾਂ ਦੀ ਕਾਰ। ਅਗਲੀ ਕਹਾਣੀ। ਆਥਣ ਵੇਲੇ ਥੱਕਿਆ ਟੁੱਟਿਆ ਘਰੇ ਅੱਪੜਦਾ ਤਾਂ ਨਿਆਣੇ ਫੋਨ 'ਤੇ ਰੁੱਝੇ ਹੋਏ ਹੁੰਦੇ। ਧੌਣ ਚੁੱਕ ਅੱਖਾਂ ਮਿਲਾਉਣਾ ਤਾਂ ਦੂਰ ਦੀ ਗੱਲ, ਕਿਸੇ ਕੋਲ ਮਾੜਾ ਮੋਟਾ ਹਾਲ ਚਾਲ ਪੁੱਛਣ ਦਾ ਵੀ ਟਾਈਮ ਨਹੀਂ ਸੀ। ਨਾਲ ਦੀ ਨਾਲ ਗੱਲ ਕਰਦਾ ਤੇ ਆਖਦੀ, ਮਾਡਰਨ ਯੋਗੇ ਸਾਰੇ ਇੱਦਾਂ ਹੀ ਕਰਦੇ ਨੇ, ਹਮੇਸ਼ਾ ਨਿਆਣਿਆਂ ਦਾ ਹੀ ਪੱਖ ਪੂਰਿਆ ਕਰਦੇ। ਫੇਰ ਭਾਵਨਾਵਾਂ ਦੀ ਪੰਡ ਚੁੱਕੀ ਸਿੱਧਾ ਦਾਰਜੀ ਦੇ ਕਮਰੇ 'ਚ ਚਲਾ ਜਾਇਆ ਕਰਦਾ। ਰਹਿੰਦੇ ਭਾਵੇਂ ਢਿੱਲੇ ਮੱਠੇ ਹੀ ਸਨ ਤਾਂ ਵੀ ਮੈਨੂੰ ਵੇਖ ਕਿਸੇ ਤਰ੍ਹਾਂ ਉੱਠੀ ਪਿਆ ਕਰਦੇ। ਮੁੜ ਕਲਾਵੇ 'ਚ ਲੈ ਕੇ ਢੇਰ ਸਾਰੇ ਪਿਆਰ ਦੀ ਝੜੀ ਜਿਹੀ ਲਾ ਦਿੰਦੇ। ਉਹਨਾਂ ਨੂੰ ਸਮਝ ਸਾਰੀ ਸੀ ਪਰ ਮੂੰਹ ਕੁਝ ਨਾ ਬੋਲਦੇ। ਫਿਰ ਮੈਂ ਕਿੰਨਾ ਚਿਰ ਉੱਥੇ ਬੈਠਾ ਉਹਨਾਂ ਦੀਆਂ ਨਿੱਕੀਆਂ ਗੱਲਾਂ ਸੁਣਦਾ ਰਹਿੰਦਾ। ਫਿਰ ਇੱਕ ਦਿਨ ਬਿਮਾਰੀ ਭਾਰੂ ਹੋ ਗਈ ਤੇ ਭਾਣਾ ਵਰਤ ਗਿਆ। ਦਾਰਜੀ ਦਾ ਕਮਰਾ ਸਦਾ ਲਈ ਸੁੰਨਾ ਹੋ ਗਿਆ। ਮਗਰੋਂ ਉਹਨਾਂ ਦੀ ਕੰਧ 'ਤੇ ਟੰਗੀ ਫੋਟੋ ਦੇਖ ਹੀ ਡੰਗ ਸਾਰ ਲਿਆ ਕਰਦਾ। ਕਦੇ ਝੌਲਾ ਪੈਂਦਾ, ਇੰਜ ਲੱਗਦਾ ਜਿੱਦਾਂ ਕਮਰੇ 'ਚੋਂ ਖੰਘਣ ਦੀ ਆਵਾਜ਼ ਆ ਰਹੀ, ਪਰ ਇਹ ਮੇਰਾ ਵਹਿਮ ਹੀ ਹੁੰਦਾ। ਇੱਕ ਦਿਨ ਦੇਰ ਰਾਤ ਘਰੇ ਅੱਪੜਿਆ ਤਾਂ ਬਹਿਸ ਹੋ ਰਹੀ ਸੀ। ਨਾਲ ਦੀ ਦਾਰਜੀ ਵਾਲੇ ਕਮਰੇ ਅੰਦਰ ਖਲੋ ਆਖ ਰਹੀ ਸੀ ਕਿ ਹੁਣ ਤੋਂ ਇਹ ਮੇਰਾ ਕਿੱਟੀ ਵਾਲਾ ਕਮਰਾ ਹੋਊ, ਤੇ ਫੋਨ 'ਤੇ ਉਂਗਲਾ ਮਾਰਦਾ ਮੁੰਡਾ ਆਖ ਰਿਹਾ ਸੀ ਕਿ ਇੱਥੇ ਹੁਣ ਮੈਂ ਰਿਹਾ ਕਰਨਾ, ਮੈਨੂੰ ਆਪਣਾ ਵੱਖਰਾ ਕਮਰਾ ਚਾਹੀਦਾ ਹੈ। ਤੇ ਬਾਹਰ ਬੂਹੇ ਦੇ ਨਾਲ ਹੀ ਢੇਰ ਕੀਤਾ ਦਾਰਜੀ ਦਾ ਸਾਰਾ ਸਮਾਨ ਮੇਰੇ ਵੱਲ ਨਜ਼ਰਾਂ ਗੱਡੀ ਕਿੰਨੇ ਸਾਰੇ ਸਵਾਲ ਕਰਦਾ ਮਹਿਸੂਸ ਹੋ ਰਿਹਾ ਸੀ। ਉਸ ਦਿਨ ਮਗਰੋਂ ਮੈਂ ਗੱਡੀਆਂ ਉਤਰ ਰਿਕਸ਼ਾ ਕਰਨਾ ਬੰਦ ਕਰ ਦਿੱਤਾ ਤੇ ਪੈਦਲ ਹੀ ਆਰਾਮ ਨਾਲ ਘਰ ਵੱਲ ਨੂੰ ਤੁਰ ਪਿਆ ਕਰਦਾ, ਬਿਨਾਂ ਕਿਸੇ ਕਾਹਲੀ ਦੇ। ਛੇਤੀ ਅੱਪੜਨ ਦੀ ਖਿੱਚ ਦਾਰਜੀ ਸ਼ਾਇਦ ਆਪਣੇ ਨਾਲ ਹੀ ਲੈ ਗਏ ਸਨ। ਉਸ ਦਿਨ ਵੀ ਗੱਡੀਆਂ ਉਤਰ ਫਲਾਈਓਵਰ ਦੀਆਂ ਪੌੜੀਆਂ ਚੜ੍ਹ ਹੀ ਰਿਹਾ ਸਾਂ ਕਿ ਝੌਲਾ ਜਿਹਾ ਪਿਆ, ਜਿੱਦਾਂ ਮੇਰੇ ਅੱਗੇ ਦਾਰਜੀ ਤੁਰੇ ਜਾ ਰਹੇ ਹੋਣ। ਹੂ ਬਹੂ ਉਹੀ ਤੋਰ, ਉਹੀ ਕੱਪੜੇ, ਉਹੀ ਤੁਰਲੇ ਵਾਲੀ ਪੱਗ। ਮੈਥੋਂ ਰਿਹਾ ਨਾ ਗਿਆ ਤੇ ਕਾਹਲੇ ਕਦਮੀ ਦੌੜ ਉਹਨਾਂ ਦੇ ਨਾਲ ਜਾ ਰਲਿਆ। ਅੱਗੋਂ ਕੋਈ ਹੋਰ ਹੀ ਨਿਕਲੇ। ਓਵਰ ਬ੍ਰਿਜ ਦੇ ਜੰਗਲੇ ਨੂੰ ਫੜ ਹੌਲੀ ਪੌੜੀਆਂ ਚੜ੍ਹ ਰਹੇ ਸਨ। ਫਤਿਹ ਬੁਲਾ ਛੇਤੀ ਨਾਲ ਉਹਨਾਂ ਦੇ ਹੱਥੋਂ ਝੋਲਾ ਫੜ ਲਿਆ ਤੇ ਮੁੜ ਆਸਰਾ ਜਿਹਾ ਦੇ ਕੇ ਪੁਲ ਪਾਰ ਕਰਵਾ ਦਿੱਤਾ। ਆਪੇ ਦੱਸਣ ਲੱਗੇ ਕਿ ਕੁਝ ਮਹੀਨੇ ਹੋਏ ਨਾਲ ਦੀ ਚੜ੍ਹਾਈ ਕਰ ਗਈ ਸੀ ਤੇ ਮੁੰਡਾ ਪਰਿਵਾਰ ਸਮੇਤ ਬਾਹਰ ਰਹਿੰਦਾ ਹੈ। ਇਸ ਵੇਲੇ ਰੋਜ਼ ਲੈਨੋਂ ਪਾਰ ਬੜੇ ਪਾਰਕ ਵਿੱਚ ਕੁਝ ਘੜੀਆਂ ਬੈਠ ਘਰੇ ਮੁੜਿਆ ਕਰਦੇ ਸਨ। ਫਿਰ ਇਸੇ ਜਗ੍ਹਾ 'ਤੇ ਇਸੇ ਟਾਈਮ ਰੋਜ਼ ਦਰਸ਼ਨ ਮੇਲੇ ਹੋਣ ਲੱਗੇ। ਇੱਕ ਦਿਨ ਮੇਰੀ ਗੱਡੀ ਘੰਟਾ ਲੇਟ ਹੋ ਗਈ ਤੇ ਅੰਦਾਜ਼ਾ ਲਾ ਲਿਆ ਕਿ ਉਹ ਜ਼ਰੂਰ ਹੀ ਉਡੀਕ ਕੇ ਚਲੇ ਗਏ ਹੋਣੇ ਹੈ। ਪਰ ਉਦੋਂ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਉਸੇ ਥਾਂ 'ਤੇ ਖਲੋਤੇ ਟਿਕਟਕੀ ਲਗਾ ਕੇ ਮੇਰੇ ਵੱਲ ਵੇਖੀ ਜਾ ਰਹੇ ਸਨ। ਕੋਲ ਗਿਆ ਤਾਂ ਆਖਣ ਲੱਗੇ, ਪੁੱਤਰ ਅੱਜ ਕੁਵੇਲਾ ਹੋ ਗਿਆ ਲੱਗਦਾ, ਤੈਨੂੰ ਕਦੇ ਦਾ ਉਡੀਕੀ ਜਾਨਾ ਸਾਂ। ਕੀ ਦੱਸਾਂ ਪੁੱਤਰ, ਤੈਨੂੰ 2 ਘੜੀਆਂ ਮਿਲ ਕੇ ਖੁਦ ਨੂੰ ਜਿਉਂਦੇ ਹੋਣ ਦਾ ਅਹਿਸਾਸ ਜਿਹਾ ਹੋਣ ਲੱਗ ਪਿਆ। ਆਪਣੇ ਪਨ ਦੀ ਮੋਹ ਭਿੱਜੀ ਪੰਡ ਏਡੀ ਭਾਰੀ ਹੋ ਗਈ ਕਿ ਮੇਰੇ ਸੰਗ 'ਚੋਂ ਮਾਸਾ ਜਿੰਨੀ ਆਵਾਜ਼ ਵੀ ਨਾ ਨਿਕਲ ਸਕੀ। ਵਰਨਾ ਇੰਨੀ ਗੱਲ ਤਾਂ ਜ਼ਰੂਰ ਹੀ ਆਖ ਦਿੰਦਾ ਕਿ ਬਾਪੂ ਜੀ ਤੁਹਾਨੂੰ ਤੇ ਸਿਰਫ ਜਿਉਂਦੇ ਹੋਣ ਦਾ ਅਹਿਸਾਸ ਹੀ ਹੁੰਦਾ ਹੈ। ਇਸ ਕਰਮਾਂ ਵਾਲੇ ਦੀ ਤਾਂ ਸਾਹਾਂ ਦੀ ਡੋਰੀ ਤੁਸੀਂ ਪੂਰੀ ਤਰ੍ਹਾਂ ਆਪਣੇ ਹੱਥਾਂ 'ਚ ਕਰ ਲਈ ਹੈ। ਸੋ ਦੋਸਤੋ, ਇਸ ਬਿਰਤਾਂਤ ਨੂੰ ਸਾਂਝੇ ਕਰਨ ਦਾ ਮਕਸਦ ਸਿਰਫ ਤੇ ਸਿਰਫ ਇਹ ਦੱਸਣਾ ਹੈ ਕਿ ਜ਼ਿੰਦਗੀ 'ਚ ਕਈ ਵਾਰ ਕੁਝ ਰਿਸ਼ਤੇ ਐਸੇ ਬਣ ਜਾਂਦੇ ਜਿਹੜੇ ਢਹਿੰਦੀ ਕਲਾ ਵੱਲ ਵਧੀ ਜਾਂਦੇ, ਵਜੂਦ 'ਚ ਐਸਾ ਜੋਸ਼ ਭਰ ਦਿੰਦੇ ਨੇ ਕਿ ਬੰਦਾ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਹੈ। ਸੋ ਜੇ ਕਦੇ ਕਿਸੇ ਮੋੜ 'ਤੇ ਕੋਈ ਐਸਾ ਮਿੱਤਰ ਪਿਆਰਾ ਮਿਲ ਜਾਏ ਜਿਹਦੀਆਂ ਅੱਖਾਂ 'ਚ ਸੱਚਾਈ ਤੇ ਦਿਲ 'ਚ ਮੋਹ ਪਿਆਰ ਦੀ ਅਥਾਹ ਦੌਲਤ ਝਲਕਦੀ ਹੋਵੇ ਤਾਂ ਦੋਵੇਂ ਬਾਹਾਂ ਖੋਲ੍ਹ
ਆਪਣੇ ਕਲਾਵੇ 'ਚ ਲੈ ਲਓ। ਹੋ ਸਕਦਾ ਹੈ ਨੀਰਸਤਾ ਦੇ ਜੰਗਲ 'ਚ ਆਸਾਂ ਉਮੀਦਾਂ ਦੇ ਫੁੱਲ ਹੀ ਖਿੜ ਜਾਵਣ।